अगला सवाल जिहड़ा साध संगत जी वो है कि संगत चों ही भैन जी ने कीता सीगा, मैं नां ते नहीं लिख सकिया ते वो कहंदे ने भी जे किसी कारण लड़कियां दे चेहरे ते वाल आ जाण तां ओहदा की कीता जाए। ये मैं वीर हरजीत सिंह बेनती करांगा भी ये बड़ा ਕੰਪਲੈਕਸ ਜਿਹਾ ਸਵਾਲ ਹੈ ਤੇ ਕਿਰਪਾ ਕਰਕੇ ਸਾਨੂੰ ਦੱਸੋ ਜਿਹੜਾ ਭੈਣ ਜੀ ਦਾ ਸ਼ਿਕਵਾ ਹੈ, ਕਿਉਂਕਿ ਇਹ ਅੱਜ ਕੱਲ ਮਤਲਬ ਅਭੀ ਕਾਫੀ ਬੱਚੀਆਂ ਐਸੀਆਂ ਨੇ ਜਿਨ੍ਹਾਂ ਦੇ ਚਿਹਰੇ ਤੇ ਇਹ ਵਾਲ ਆ ਜਾਂਦੇ ਨੇ ਔਰ ਉਹਨਾਂ ਨੂੰ ਮਤਲਬ ਅਭੀ ਸਮਾਜ ਦੇ ਵਿੱਚ ਕਿਉਂਕਿ ਜੈਸੀ ਸਾਡੇ ਸਮਾਜ ਦੀ ਬਣਤਰ ਹੈ ਜੋ ਵੀ ਹੈ ਉਹਦੇ ਮੁਤਾਬਕ ਫਿਰ ਉਹਨਾਂ ਦੇ ਮਨ 'ਚ ਕਾਫੀ ਇਹ ਗੱਲ ਆਉਂਦੀ ਹੈ ਤੇ ਇੱਕ ਨਹੀਂ ਹੋਰ ਵੀ ਕਈ ਕੇਸ ਜਿਹੜੇ ਨੇ ਨਜ਼ਰ 'ਚ ਆਏ ਨੇ ਤੇ ਭੈਣ ਜੀ ਦਾ ਸਵਾਲ ਆਇਆ तो हरजीत सिंह जी आप कृपा करो ਇਹਦਾ ਉੱਤਰ ਸਾਨੂੰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦਾ ਸਵਾਲ ਸਾਡੇ ਸਾਹਮਣੇ ਹੈ ਬੜਾ ਹੀ ਮਾਡਰਨ ਟਾਈਮ ਦੇ ਉੱਤੇ ਇਹ ਮਹੱਤਵ ਵੀ ਰੱਖਦਾ ਹੈ। ਇਸ ਨੂੰ ਸਮਝਣ ਲਈ ਸਾਨੂੰ ਗੁਰੂ ਪੰਥ ਵੱਲੋਂ ਤਿਆਰ ਕੀਤਾ ਹੋਇਆ ਡਾਕੂਮੈਂਟ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਬੜਾ ਜ਼ਰੂਰੀ ਹੋਏਗਾ, ਕਿਉਂਕਿ ਬਿਨਾਂ ਉਸ ਨੂੰ ਵਿਚਾਰਨ ਤੋਂ ਅਸੀਂ ਦਾ ਜਵਾਬ ਨਹੀਂ ਦੇ ਸਕਾਂਗੇ। ਤੋ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਗੁਰੂ ਪੰਥ ਵੱਲੋਂ ਨਿਰਧਾਰਿਤ ਕੀਤੀ ਜਿਹੜੀ ਮਰਿਆਦਾ ਹੈ ਉੱਥੇ ਅੰਮ੍ਰਿਤ ਛਕ ਕੇ ਪ੍ਰੇਮੀਆਂ ਵੱਲੋਂ 5 ਕਕਾਰਾਂ ਨੂੰ ਰੱਖਣ ਦਾ ਹਦਾਇਤ ਕੀਤੀ ਗਈ ਹੈ, ਜਿਸ ਵਿੱਚ ਕੇਸ, ਕਿਰਪਾਨ, ਕਛਹਿਰਾ, ਕੰਘਾ ਤੇ ਕੜਾ। ਭਾਈ ਦਿਆ ਸਿੰਘ ਜੀ ਦੇ ਰਹਿਤਨਾਮੇ ਵਿੱਚ ਵੀ ਜ਼ਿਕਰ ਆਉਂਦਾ ਹੈ ਵੀ ਸਿੱਖ ਜਿਹੜਾ ਹੈ ਉਹ ਸ਼ਬਦ ਤੋਂ ਜਾਣਿਆ ਜਾਂਦਾ ਹੈ ਤੇ ਰਹਿਤ ਤੋਂ ਪਛਾਣਿਆ ਜਾਂਦਾ ਹੈ। ਸਿੱਖ ਸ਼ਬਦ ਤੇ ਜਾਣੀਏ, ਰਹਿਤ ਤੇ ਪਛਾਣੀਏ, ਇਹ ਜ਼ਿਕਰ ਭਾਈ ਦਿਆ ਸਿੰਘ ਜੀ ਦੇ ਰਹਿਤਨਾਮੇ ਵਿੱਚ ਆਉਂਦਾ ਹੈ। ਤੋ ਇਸ ਬਚਨ ਅਨੁਸਾਰ ਕਕਾਰਾਂ ਦੀ ਰਹਿਤ ਸਿੱਖ ਦੀ ਪਛਾਣ ਲਈ ਜ਼ਰੂਰੀ ਹੈ। ਸੋ ਜੋ ਗੁਰਬਾਣੀ ਅਨੁਸਾਰ ਚੱਲਦਾ ਹੈ, ਗੁਰੂ ਦੱਸੇ ਉਪਦੇਸ਼ ਅਨੁਸਾਰ ਚੱਲਦਾ ਹੈ ਔਰ ਇਹਨਾਂ ਕਕਾਰਾਂ ਦੀ ਇਹਨਾਂ ਜਿਹੜੀਆਂ 5 ਸਾਡੀਆਂ ਮਰਿਆਦਾ ਹਨ ਇਹਨਾਂ ਦੀ ਸੰਭਾਲ ਕਰਦਾ ਹੈ, ਉਹ ਗੁਰੂ ਪੰਥ ਦੀਆਂ ਖੁਸ਼ੀਆਂ ਦਾ ਪਾਤਰ ਬਣਦਾ ਹੈ। ਇਸ ਤੋਂ ਅੱਗੇ ਸਿਰਲੇਖ ਹੁੰਦਾ 4 ਕੁਰੈਤਾਂ ਦਾ। ਪਹਿਲੀ ਕੁਰੈਤ ਕੇਸਾਂ ਦੀ ਬੇਅਦਬੀ, ਦੂਸਰੀ ਕੁਰੈਤ ਕੁੱਠਾ ਖਾਣਾ, ਤੀਸਰੀ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਕਰਨਾ ਜਾਂ ਭੋਗਣਾ, ਚੌਥੀ ਤੰਬਾਕੂ ਦਾ ਵਰਤਣਾ। ਫਿਰ ਇਹਦੇ ਥੱਲੇ ਇੱਕ ਗੱਲ ਹੋਰ ਲਿਖੀ ਹੋਈ ਹੈ ਕਿ ਇਹਨਾਂ ਵਿੱਚੋਂ ਕੋਈ ਕੁਰੈਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਵੇਗਾ। ਆਪਣੀ ਇੱਛਾ ਵਿਰੁੱਧ ਅਨੁਕੂਲ ਹੀ ਕੋਈ ਕੁਰੈਤ ਹੋ ਜਾਵੇ ਤਾਂ ਕੋਈ ਦੰਡ ਨਹੀਂ। ਹੁਣ ਇਹ ਥੋੜੀ ਜਿਹੀ ਵਿਆਖਿਆ ਸਾਨੂੰ ਕਰਨੀ ਪਏਗੀ, ਕਿਉਂਕਿ ਜਿਹੜਾ ਵਿਧਾਨ ਕੰਸਟੀਟਿਊਸ਼ਨ ਬਣ ਜਾਂਦਾ ਹੈ ਉਹ ਤੋਂ ਬਾਹਰ ਜਾ ਕੇ ਕੋਈ ਜਵਾਬ ਦੇਣਾ ਉਹ ਮੁਮਕਿਨ ਨਹੀਂ ਹੈ ਜਾਂ ਉਹ ਠੀਕ ਵੀ ਨਹੀਂ ਹੈ। ਤੇ ਜੋ ਬਣਿਆ ਹੋਇਆ ਕੰਸਟੀਟਿਊਸ਼ਨ ਹੈ ਮੈਂ ਸਿਰਫ ਉਹਦੀਆਂ ਮਰਿਆਦਾ ਵਿੱਚ ਮਦਾਂ ਵਿੱਚ ਰਹਿੰਦਾ ਹੋਇਆ ਹੀ ਉਹਦਾ ਜਵਾਬ ਆਪ ਜੀ ਦੇ ਸਵਾਲ ਦਾ ਦਿਆਂਗਾ। ਬਾਣੀ ਤੇ ਕਕਾਰਾਂ ਦੀ ਰਹਿਤ ਰੱਖਣ ਬਾਬਤ ਇਹ ਵੀ ਗੱਲ ਬੜੀ ਜ਼ਰੂਰੀ ਹੈ ਕਿ ਕੁਝ ਐਸੇ ਕਰਮ ਹਨ ਜਿਨ੍ਹਾਂ ਨੂੰ ਕਰਨ ਤੋਂ ਸਿੱਖ ਨੂੰ ਪਰਹੇਜ਼ ਕਰਨਾ ਚਾਹੀਦਾ। ਦੂਜੇ ਲਫ਼ਜ਼ਾਂ ਵਿੱਚ ਉਸ ਨੂੰ ਪਤਿਤ ਗਿਣਿਆ ਜਾਂਦਾ ਹੈ ਜੋ 4 ਬੱਜਰ ਗ੍ਰਹਿਤਾਂ ਵਿੱਚੋਂ ਕੋਈ ਵੀ ਗ੍ਰਹਿਤ ਕਰਦਾ ਹੈ। ਜਦ ਪਤਿਤ ਦਾ ਅਰਥ ਹੁੰਦਾ ਹੈ ਗਿਰਿਆ ਹੋਇਆ, ਉਸ ਨੂੰ 5 ਅੱਗੇ ਪੇਸ਼ ਹੋ ਕੇ ਦੁਬਾਰਾ ਅੰਮ੍ਰਿਤ ਪਾਨ ਕਰਨ ਦੀ ਤਰਖਾਹ ਲਾਉਣ ਤੋਂ ਬਾਅਦ ਅੰਮ੍ਰਿਤ ਛਕਣ ਦੀ ਮਰਿਆਦਾ। ਸਭ ਤੋਂ ਪਹਿਲੀ ਜਿਹੜੀ ਬੱਜਰ ਗ੍ਰਹਿਤ ਦੀ ਗੱਲ ਕੀਤੀ ਗਈ ਉਹ ਸੀ ਕੇਸਾਂ ਦੀ ਬੇਅਦਬੀ। ਕੇਸ ਸਿਰ ਦੀ ਖੋਪਰੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਰੀਰ ਦੇ ਸਾਰੇ ਅੰਗਾਂ ਉੱਪਰ ਜੋ ਕੇਸ ਹਨ ਉਹਨਾਂ ਨੂੰ ਅਸੀਂ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪੈਰ ਦੇ ਜਦੋਂ ਅਸੀਂ ਅੰਮ੍ਰਿਤਪਾਨ ਵੀ ਕਰਦੇ ਹਾਂ ਰਹਿਤ ਦ੍ਰਿੜ ਕਰਨ ਲੱਗਿਆ ਵੀ ਇਹ ਗੱਲ ਸਮਝਾਈ ਜਾਂਦੀ ਹੈ ਕਿ ਸਿਰ ਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਤੋ ਇਹ ਗੱਲ ਬੜੀ ਸਾਡੇ ਸਾਹਮਣੇ ਆਉਂਦੀ ਹੈ ਤੇ ਬਾਰ-ਬਾਰ ਵੱਖਰੇ ਵੱਖਰੇ ਰਹਿਤ ਮਰਿਆਦਾ ਦੇ ਵਿੱਚ ਵੀ ਇਹ ਗੱਲ ਜਿਹੜੀਆਂ ਰਹਿਤਨਾਮਿਆਂ ਵਿੱਚ ਵੀ ਇਹ ਗੱਲ ਜਿਹੜੀ ਮਿਲਦੀ ਹੈ ਕਿ ਕੇਸ ਗੁਰੂ ਪੰਥ ਦਾ ਹੁਕਮ ਹੈ ਕਿ ਮਨੁੱਖਤਾ ਨੂੰ
ਕੇਸ ਰੱਬੀ ਦਾਤ ਸਮਝ ਕੇ ਸੰਭਾਲ ਕਰਨੀ ਚਾਹੀਦੀ ਹੈ। ਉਹਦੇ ਹੁਕਮ ਵਿੱਚ ਚੱਲਣ ਦੀ ਗੱਲ ਕਰਨੀ ਚਾਹੀਦੀ ਹੈ। ਭਾਵ ਇਹ ਹੈ ਕਿ ਕੇਸਾਂ ਨੂੰ ਉਸਰੇ, ਕੈਂਚੀ ਜਾਂ ਕਿਸੇ ਪ੍ਰਕਾਰ ਦੇ ਹੋਰ ਸਾਧਨਾਂ ਦੀ ਵਰਤੋਂ ਕਰਕੇ ਇਹ ਨਰਾਦਰੀ ਨਹੀਂ ਕਰਨੀ। ਜਿਹੜਾ ਨਰਾਦਰੀ ਕਰਦਾ ਹੈ ਉਹਨੂੰ ਪਤਤ ਦੀ ਸਿੱਖ ਰਹਿਤ ਮਰਿਆਦਾ ਵਿੱਚ ਉਹਨੂੰ ਪਤਤ ਮੰਨਿਆ ਜਾਂਦਾ ਹੈ। ਇਹਦੇ 'ਚ ਜਦੋਂ ਰਹਿਤਨਾਮਾ ਅਸੀਂ ਭਾਈ ਚੰਪਾ ਸਿੰਘ ਦਾ ਪੜ੍ਹਦੇ ਹਾਂ, ਉੱਥੇ ਲਿਖਿਆ ਹੁੰਦਾ ਗੁਰੂ ਕਾ ਸਿੱਖ ਭੱਦਨ ਨਾ ਕਰਾਵੇ। ਅਸੀਂ ਪਿੱਛੇ ਵਿਚਾਰ ਕੀਤੀ ਜਦੋਂ ਭੱਦਨ ਲਫ਼ਜ਼ ਗੁਰਮਤਿ ਦੀ ਰਹਿਣੀ ਦੇ ਵਿੱਚ ਆਇਆ ਸੀ। ਬੰਸਾਵਲੀ ਨਾਮਾ ਦੇ ਵਿੱਚ ਜਿਹੜਾ ਸ਼ਬਦ ਆਉਂਦਾ ਹੈ ਉਹ 'ਚ ਹੁੰਦੇ ਨੇ, ਨਾਈ ਦਾ ਹੱਥ ਸੀਸ ਚਿਹਰੇ ਤੇ ਨਾ ਲੱਗਣਾ ਪਾਵੇ, ਕੇਸਾ ਧਾਰੀ ਗੁਰੂ ਕਾ ਪੰਥ ਕਹਾਵੇ। ਇਹ ਬੰਸਾਵਲੀ ਨਾਮਾ ਦੇ ਵਿੱਚ ਇਹਦਾ ਜ਼ਿਕਰ ਜਿਹੜਾ ਆਉਂਦਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹ 'ਚ ਲਿਖਿਆ ਮਿਲਦਾ, ਕੇਸਨ ਕੀ ਕੀਜੋ ਪ੍ਰਤਪਾਲ, ਨਾ ਉਸਰਨ ਸਿਓ ਕਟਿਓ ਬਾਲ, ਵਿਖਿਆ ਕਿਰਿਆ ਭੱਦਨ ਤਿਆਗਿਓ, ਜਟਾ ਜੁਟਾ ਰਿਹੋ ਅਨੁਰਾਗਿਓ। ਇਹ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਵਿੱਚ ਵੀ ਇਹ ਸਾਨੂੰ ਸੁਝਾਅ ਮਿਲਦੇ ਹਨ। ਇਤਿਹਾਸਕ ਸੱਚਾਈਆਂ ਵੀ ਸਾਡੇ ਸਾਹਮਣੇ ਹਨ ਕਿ ਗੁਰੂ ਕੇ ਸਿੱਖਾਂ ਨੇ ਕੇਸਾਂ ਦੇ ਬਦਲੇ ਆਪਣੀਆਂ ਖੋਪਰੀਆਂ ਵੀ ਲੁਹਾਈਆਂ, ਕੇਸਾਂ ਦੇ ਬਦਲੇ ਆਪਣੀਆਂ ਕੁਰਬਾਨੀਆਂ ਵੀ ਕੀਤੀਆਂ, ਨੀਹਾਂ ਵਿੱਚ ਨੇਗੇ, ਆਰਿਆਂ ਨਾਲ ਸਰੀਰ ਦੇ ਦੁਪਾੜ ਕਰਾ ਲਿਆ, ਖੋਪਰੀ ਲੁਹਾਈ, ਸਰਖੜੀਆਂ ਤੇ ਚੜੇ, ਬੰਦ ਕਟਵਾਏ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲਏ। ਪਰ ਉਹਨਾਂ ਨੇ ਅਨੇਕਾਂ ਤਸੀਹੇ ਸਹਿ ਕੇ ਵੀ ਆਪਣੇ ਕੇਸਾਂ ਦੀ ਬੇਦਬੀ ਦੀ ਇਜਾਜ਼ਤ ਨਹੀਂ ਦਿੱਤੀ। ਇਹ ਜਦੋਂ ਅਸੀਂ ਇਤਿਹਾਸ ਨੂੰ ਹੋਰ ਪੜ੍ਹਦੇ ਹਾਂ ਤਾਂ ਪਟਿਆਲਾ ਬਾਬਾ ਆਲਾ ਸਿੰਘ ਜੀ ਨੇ ਕੇਸਾਂ ਦੀ ਬੇਦਬੀ ਤੋਂ ਬਚਣ ਲਈ ਲੱਖਾਂ ਰੁਪਏ ਵਿਵਾਜਨਾ ਦਿੱਤਾ ਸੀ ਅਬਦਾਲੀ ਨੂੰ, ਪਰ ਗੁਰੂ ਕੀ ਮੋਹਰ ਨੂੰ ਉਹਨਾਂ ਨੇ ਆਂਚ ਨਹੀਂ ਸੀ ਆਉਣ ਦਿੱਤੀ। ਜੇ ਇਤਿਹਾਸਕ ਅਸੀਂ ਸੱਚਾਈਆਂ ਨੂੰ ਪੜ੍ਹਦੇ ਹਾਂ ਤਾਂ ਕੁਛ ਐਸੀ ਇਹ ਮਰਿਆਦਾਵਾਂ ਹਨ ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਦਰਜ ਮੱਧ ਕੀਤੀ ਗਈ ਹੈ। ਪਰ ਜੋ ਵਿਚਾਰ ਸਾਡੇ ਸਾਹਮਣੇ ਸਵਾਲ ਹੈ ਵੀ ਜੇ ਕਿਸੇ ਬੱਚੇ ਦੇ ਚਿਹਰੇ ਤੇ ਕੇਸ ਆ ਜਾਣ ਤਾਂ ਉਹ ਕੀ ਕਰੇ, ਕਿਉਂਕਿ ਸਮਾਜ ਵਿੱਚ ਹੁਣ ਦੋ ਪਾਸੇ ਸਾਡੇ ਸਾਹਮਣੇ ਹਨ। ਇੱਕ ਪਾਸੇ ਲੋਕ ਰੀਤੀ ਹੈ, ਇੱਕ ਪਾਸੇ ਗੁਰੂ ਰੀਤੀ ਹੈ, ਗੁਰੂ ਮਰਿਆਦਾ ਹੈ। ਸਿੱਖ ਲਈ ਗੁਰੂ ਰੀਤੀ ਨੂੰ ਪਾਲਣਾ ਜ਼ਰੂਰੀ ਹੈ, ਲੋਕ ਰੀਤੀ ਦੀ ਪਰਵਾਹ ਨਾ ਕਰੇ। ਅਸੀਂ ਪਹਿਲਾਂ ਵੀ ਗੁਰਬਾਣੀ ਵਿੱਚ ਵੀ ਇਹ ਗੱਲ ਪੜ੍ਹ ਚੁੱਕੇ ਹਾਂ। ਦੂਸਰਾ ਇਹਦਾ ਕਾਰਨ ਹਾਰਮੋਨਸ ਡਿਸਆਰਡਰ ਹੈ। ਅਗਰ ਇਹ ਸ਼ੁਰੂ ਤੋਂ ਹੀ ਇਸ ਕਾਰਨ ਨੂੰ ਅਸੀਂ ਦੇਖ ਲਈਏ ਤਾਂ ਇਹਨੂੰ ਰੋਕਿਆ ਵੀ ਜਾ ਸਕਦਾ ਹੈ ਸ਼ੁਰੂ ਤੋਂ ਹੀ, ਕਿਉਂਕਿ ਅਸੀਂ ਪਹਿਲਾਂ ਇਹਦਾ ਖਿਆਲ ਨਹੀਂ ਕਰਦੇ। ਹਾਰਮੋਨ ਡਿਸਆਰਡਰਸ ਕਰਕੇ ਹੀ ਇਹ ਕੇਸ ਜਿਹੜੇ ਹਨ ਇਹ ਆਉਂਦੇ ਹਨ। ਉਸ ਵੇਲੇ ਅਸੀਂ ਇਹਦਾ ਖਿਆਲ ਨਹੀਂ ਕਰਦੇ, ਜਿਸ ਕਰਕੇ ਵੱਧਦੇ ਸ਼ੁਰੂ ਹੋ ਜਾਂਦੇ ਹਨ। ਫਿਰ ਸਾਨੂੰ ਇਹ ਲੱਗਣ ਲੱਗ ਪੈਂਦਾ ਹੈ ਹੁਣ ਅਸੀਂ ਕੀ ਕਰੀਏ। ਹੁਣ ਮੈਂ ਅਗਲੀ ਬੇਨਤੀ ਕਰ ਰਿਹਾ ਹਾਂ, ਮੇਰੇ ਪਾਸ ਕੋਈ ਪਾਵਰ ਨਹੀਂ ਹੈ ਵੀ ਮੈਂ ਇਹਦਾ ਅੱਗੋਂ ਜਵਾਬ ਦੇ ਸਕਾਂ, ਕਿਉਂਕਿ ਫੈਸਲੇ ਗੁਰੂ ਪੰਥ ਦੇ ਹਨ। ਗੁਰੂ ਪੰਥ ਦੇ ਕੀਤੇ ਹੋਏ ਫੈਸਲੇ ਮੁਤਾਬਕ ਹੀ ਮੈਂ ਆਪ ਜੀ ਦੇ ਨਾਲ ਜਿੰਨਾ ਵਿਚਾਰ ਸੀ ਉਹ ਸਾਂਝਾ ਕਰ ਰਿਹਾ ਹਾਂ। ਨਾ ਮੇਰੇ ਕੋਲ ਕੋਈ ਹੱਕ ਹੈ, ਨਾ ਸਾਡੀ ਜਥੇਬੰਦੀ ਕੋਲ ਕੋਈ ਹੱਕ ਹੈ ਵੀ ਇਹਦੇ ਬਾਰੇ ਨਿਰਣਾ ਕੀਤਾ ਜਾਵੇ। ਤਾਂ ਮੈਂ ਬੇਨਤੀ ਕਰਾਂਗਾ ਵੀ ਇਹਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚਿੱਠੀ ਪੱਤਰ ਕੀਤਾ ਜਾਵੇ, ਉਹਨਾਂ ਤੋਂ ਹੋਰ ਸਪਸ਼ਟੀਕਰਨ ਮੰਗ ਲਿਆ ਜਾਏ, ਤਦ ਕਿ ਸਾਨੂੰ ਹੋਰ ਸਪਸ਼ਟਤਾ ਹੋ ਜਾਏ। ਕਿਉਂਕਿ ਸਿੱਖ ਮਿਸ਼ਨਰੀ ਕਾਲਜ ਜਾਂ ਮੇਰੇ ਵਰਗੇ ਇੱਕ ਛੋਟੇ ਜਿਹੇ ਵਿਅਕਤੀ ਨੂੰ ਇਹਦੇ ਅਧਿਕਾਰ ਖੇਤਰ ਵਿੱਚ ਕੋਈ ਹੋਰ ਦਖਲ ਦੇਣ ਦਾ ਹੱਕ ਨਹੀਂ ਹੈ ਕਿ ਮੈਂ ਕਹਿ ਦਿਆਂ ਨਹੀਂ ਜੀ ਇਸ ਤਰ੍ਹਾਂ ਕਰ ਲਓ ਜਾਂ ਤੁਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ। ਇਹ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈ। ਕੋਈ ਪੰਥ ਦਾ ਕੰਮ ਹੈ, ਪੰਥ ਦੀ ਮਰਿਆਦਾ ਹੈ, ਪੰਥ ਦਾ ਹੁਕਮ ਹੈ। ਤਾਂ ਮੈਂ ਇਸੇ ਵਾਸਤੇ ਇੰਨੀ ਕੁ ਬੇਨਤੀ ਕਰਦਾ ਹਾਂ ਵੀ ਹੋਰ ਕੋਈ ਸਪਸ਼ਟੀਕਰਨ ਦੇ ਬਾਰੇ ਚਾਹੀਦਾ ਹੋਵੇ ਤਾਂ ਸਿੱਖ ਰਹਿਤ ਮਰਿਆਦਾ ਦੇ ਬਾਰੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਈਮੇਲ ਜਾਂ ਚਿੱਠੀ ਪੱਤਰ ਰਾਹੀਂ ਉਹਦਾ ਜਵਾਬ ਮੰਗਿਆ ਜਾ ਸਕਦਾ ਹੈ। ਇੰਨੇ ਕੀ ਬੇਨਤੀ ਪ੍ਰਵਾਨ ਕਰ ਲੈਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਇੱਕ ਵਿਅਕਤੀ ਨੂੰ ਜਾਂ ਸੰਸਥਾ ਨੂੰ ਇਹ ਅਧਿਕਾਰ ਨਹੀਂ ਹੈ ਕਿ ਐਸਾ ਜਵਾਬ ਜਿਹੜਾ ਦੇ ਸਕੇ। ਵੀਰ ਜੀ ਨੇ ਦੱਸਿਆ, ਉਂਝ ਵੀਰ ਜੀ ਨੇ ਸਿੱਖ ਰਹਿਤ ਮਰਿਆਦਾ ਔਰ ਹੁਕਮਨਾਮੇ ਜਿਹੜੇ ਨੇ ਉਹਨਾਂ ਦੀਆਂ ਰੈਫਰੈਂਸ ਦੇ ਕੇ ਕੇਸਾਂ ਦੀ ਮਾਨਤਾ ਬਾਰੇ ਗੱਲ ਦੱਸੀ ਹੈ। ਔਰ ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਜੇ ਕੇਸਾਂ ਦੀ ਬੇਦਬੀ ਹੋ ਜਾਏ ਤਾਂ ਉਹਦੇ ਬਾਰੇ ਵੀ ਉਹਨਾਂ ਨੇ ਗੱਲ ਜਿਹੜੀ ਦੱਸੀ। ਬਾਕੀ ਗੱਲ ਇਹ ਹੈ ਵੀ ਇਹ ਜ਼ਾਤੀ ਹਾਲਾਤ ਔਰ ਫੈਸਲਾ ਵੀ ਜਿਹੜਾ ਉਹ ਜ਼ਾਤੀ ਹੈ, ਕਿਉਂਕਿ ਇਹਦੇ 'ਚ ਹਾਂ ਇਹ ਜ਼ਰੂਰ ਹੈ ਕਿ ਹਰ ਗੁਰਸਿੱਖ ਜਿਹੜਾ ਹੈ ਉਹ ਜਿਸ ਵੇਲੇ ਕੋਈ ਫੈਸਲਾ ਲੈਣਾ ਉਹ ਸਿੱਖ ਰਹਿਤ ਮਰਿਆਦਾ ਨੂੰ ਜ਼ਰੂਰ ਆਪਣੇ ਸਾਹਮਣੇ ਰੱਖੇ। ਤਾਂ ਉਸ ਤੋਂ ਬਾਅਦ, ਕਿਉਂਕਿ ਹੁਣ ਇਹ ਇੱਕ ਐਸਾ ਪੇਚੀਦਾ ਮਸਲਾ ਹੈ
ਜਿਵੇਂ ਮੈਂ ਪਹਿਲੇ ਬੇਨਤੀ ਕੀਤੀ ਹੈ ਬਈ ਇਹ ਅੱਜ ਕੱਲ ਆਮ ਮਤਲਬ ਆ ਵੀ ਕਈ ਬੱਚੀਆਂ ਨਾਲ ਦੇਖਿਆ ਜਾ ਰਿਹਾ ਔਰ ਕਈ ਮਤਲਬ ਇਹ ਗੱਲਬਾਤ ਵੀ ਹੋਈ ਹੈ ਕਈਆਂ ਨਾਲ, ਪਰ ਇਹਦਾ ਇਲਾਜ ਜਿਹੜਾ ਕੀ ਹੈ, ਕੋਈ ਐਲੋਪੈਥਿਕ ਜਾਂ ਹੋਮਿਓਪੈਥਿਕ ਜਾਂ ਕਿਸੇ ਹੋਰ ਇਲਾਜ ਹੈ ਉਹਦਾ ਤੇ ਮੈਂ ਕੁਝ ਕਹਿ ਨਹੀਂ ਸਕਦੇ ਅਸੀਂ। ਪਰ ਜਿੱਥੋਂ ਤੱਕ ਪੰਥਕ ਗੱਲ ਹੈ, ਉਹ ਵੀਰ ਜੀ ਨੇ ਬੜੇ ਸਪਸ਼ਟ ਦੱਸਿਆ ਹੈ ਕਿ ਕੋਈ ਇੱਕ ਵਿਅਕਤੀ ਜਾਂ ਇੱਕ ਸੰਸਥਾ ਜਿਹੜੀ ਹੈ, ਇਸ ਦਾ ਹੱਲ ਨਹੀਂ ਕਰ ਸਕਦੀ, ਕਿਉਂਕਿ ਇਹ ਸਿੱਖ ਰਹਿਤ ਮਰਿਆਦਾ ਦੀ ਮੱਤ ਹੈ ਕੇਸਾਂ ਨੂੰ ਸਾਬਤ ਰੱਖਣ ਲਈ। ਤੇ ਇਸ ਕਰਕੇ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ, ਆਓ ਆਪਾਂ ਵੱਧ ਤੋਂ ਵੱਧ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਾਂ ਉਹਨਾਂ ਨੂੰ ਕਮਿਊਨੀਕੇਸ਼ਨ ਕਰੀਏ, ਈਮੇਲਸ ਪਾਈਏ ਜਾਂ ਹੋਰ ਕੋਈ ਖਤ ਮੁਤਾਬਕ ਉਹਨਾਂ ਨੂੰ ਪਾਈਏ, ਤਾਂ ਜੇ ਉਹ ਇਹਦਾ ਕੋਈ ਪੰਥਕ ਫੈਸਲਾ ਲਿਆ ਜਾਏ ਤੇ ਤਾਂ ਹੀ ਹੋ ਸਕਦਾ। ਤੇ ਜਿਹਨਾਂ ਭੈਣ ਜੀ ਨੇ ਸਵਾਲ ਭੇਜਿਆ, ਉਹਨਾਂ ਪਾਸੋਂ ਅਸੀਂ ਖਿਮਾ ਮੰਗਦੇ ਹਾਂ ਕਿ ਅਸੀਂ ਇਹਦਾ ਦੋ ਟੁਕ ਜਵਾਬ ਦੇਣ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਸੀ ਤੇ ਨਾ ਹੀ ਕਿਸੇ ਹੋਰ ਵਿਅਕਤੀ ਕੋਲ ਹੈ। ਤੋ ਇਸ ਲਈ ਕਿਰਪਾ ਕਰਕੇ ਆਓ ਆਪਾਂ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਜਾਣਕਾਰੀ ਕਰਾਈਏ ਤੇ ਉਹਨਾਂ ਦੇ ਵਿਚਾਰ ਲਏ ਜਾਣ। ਤਾਂ ਹਰਜੀਤ ਸਿੰਘ ਜੀ, ਆਪ ਜੀ ਦਾ ਧੰਨਵਾਦ ਹੈ।